हाँ जी, सब तो पहला स्वागत है ਤੁਹਾਡਾ ਲਰਨ ਵਿਦ ਦੀਪ ਚੈਨਲ ਵਿੱਚ। ਅੱਜ ਅਸੀਂ ਕਲਾਸ 6 ਦਾ 9th ਚੈਪਟਰ ਦ ਲਿਵਿੰਗ ਆਰਗੈਨਿਜ਼ਮਸ ਐਂਡ देयर ਸਰਾਊਂਡਿੰਗ ਸਟਾਰਟ ਕਰਨਾ ਗਾ। ਸਭ ਤੋਂ ਪਹਿਲਾਂ ਜਿਹੜੇ ਸਟੂਡੈਂਟਸ ਫਸਟ ਟਾਈਮ ਚੈਨਲ ਤੇ ਵਿਜ਼ਿਟ ਕਰ ਰਹੇ ਨੇ ਉਹਨਾਂ ਨੂੰ ਰਿਕੁਐਸਟ ਹੈ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਫਰੈਂਡਸ ਨਾਲ ਸ਼ੇਅਰ ਕਰਨਾ। ਚਲੋ ਜੀ ਸਟਾਰਟ ਕਰ ਦਿਆਂਗੇ। ਦ ਲਿਵਿੰਗ ਆਰਗੈਨਿਜ਼ਮਸ ਐਂਡ ਦੇ ਪੜ੍ਹਨਾ ਗਾ ਵੀ ਲਿਵਿੰਗ ਆਰਗੈਨਿਜ਼ਮ ਕਿਹੜੇ ਹੁੰਦੇ ਨੇਗੇ ਜਿਹੜੇ ਸੰਜੀਵ ਹੁੰਦੇ ਨੇ ਜਿਨ੍ਹਾਂ 'ਚ ਜਾਨ ਹੁੰਦੀ ਹੈਗੀ ਜਿਹੜੇ ਜਿਉਂਦੇ ਨੇ ਉਹਨਾਂ ਨੂੰ ਆਪਾਂ ਕਹਿੰਦੇ ਹੈਗੇ ਲਿਵਿੰਗ ਆਰਗੈਨਿਜ਼ਮਸ। ਅਤੇ ਆਪਾਂ ਉਹਨਾਂ ਦੇ ਸਰਾਊਂਡਿੰਗ ਕਹਿੰਦਾ ਆਲਾ ਦੁਆਲਾ ਵੀ ਜਿਹੜੇ ਲਿਵਿੰਗ ਆਰਗੈਨਿਜ਼ਮਸ ਨੇ ਉਹਨਾਂ ਦਾ ਆਲਾ ਦੁਆਲਾ ਕਿਹੋ ਜਿਹਾ ਹੁੰਦਾ ਉਹ ਕਿਹੋ ਜਿਹੀ ਜਗ੍ਹਾ 'ਤੇ ਰਹਿੰਦੇ ਨੇਗੇ ਉਹਦੇ ਬਾਰੇ ਅਸੀਂ ਇਸ ਚੈਪਟਰ ਵਿੱਚ ਪੜ੍ਹਨਾ ਗਾ। ਪਹੇਲੀ ਐਂਡ ਬੂਝੋ ਐਨੀ ਪਲੇਸਿਸ ਆਫ ਇੰਟਰਸਟ ਕਹਿੰਦੇ ਜਿਹੜੀ ਪਹੇਲੀ ਅਤੇ ਬੂਝੋ ਸੀ ਦੋ ਬੱਚੇ ਨੇਗੇ ਇਹ ਛੁੱਟੀਆਂ ਦੇ ਵਿੱਚ ਬਹੁਤ ਸਾਰੀਆਂ ਥਾਵਾਂ 'ਤੇ ਗਏ ਜਿੱਥੇ ਉਹਨਾਂ ਦਾ ਇੰਟਰਸਟ ਸੀਗਾ। ਵਨ ਸੱਚ ਟ੍ਰਿਪ ਟੁੱਕ ਦੈਮ ਟੂ ਦ ਰਿਵਰ ਗੰਗਾ ਇਨ ਰਿਸ਼ੀਕੇਸ਼। ਉਹਨਾਂ 'ਚੋਂ ਇੱਕੋ ਟ੍ਰਿਪ 'ਤੇ ਕਿੱਥੇ ਗਏ ਸੀ ਗੰਗਾ ਰਿਵਰ 'ਤੇ ਗਏ ਰਿਸ਼ੀਕੇਸ਼ ਦੀ ਗੰਗਾ ਰਿਵਰ ਹੈਗੀ ਉੱਥੇ ਉਹ ਗਏ। ਦੇ ਕਲੇਮਡ ਦ ਮਾਊਂਟੇਨਸ ਆਫ ਦ ਹਿਮਾਲਿਆਸ ਬੇਅਰ ਇਟ ਵਾਜ਼ ਵੈਰੀ ਕੋਲਡ। ਉਹ ਕਿ ਉਹਨਾਂ ਨੇ ਜਿਹੜੇ ਉਹਦੇ ਮਾਊਂਟੇਨ ਸੀਗੇ ਹਿਮਾਲਿਆ ਦੇ ਜਿਹੜੇ ਪਹਾੜ ਸੀ ਉਹਨਾਂ 'ਤੇ ਕਲਿੰਬ ਕੀਤਾ ਉਹਨਾਂ 'ਤੇ ਉਹ ਚੜ੍ਹੇ ਐਂਡ ਬਟ ਇਸ ਉੱਥੇ ਕੀ ਸੀਗਾ ਬਹੁਤ ਜ਼ਿਆਦਾ ਕੀ ਸੀ ਠੰਡ ਸੀਗੀ। They saw many kinds of trees on these mountains, oak, pine and deodars। ਕਹਿੰਦੇ ਜਿਹੜੇ ਮਾਊਂਟੇਨਸ ਸੀਗੇ ਉਹਨਾਂ 'ਤੇ ਉਹਨਾਂ ਨੇ ਕਾਫੀ ਤਰ੍ਹਾਂ ਦੇ ਜਿਹੜੇ ਟਰੀਜ਼ ਸੀਗੇ ਦੇਖੇ ਜਿਵੇਂ ਓਕ ਹੋ ਗਿਆ ਪਾਈਨ ਹੋ ਗਿਆ ਦਿਉਦਾਰਸ ਹੋ ਗਏ ਇਹ ਸਾਰੇ ਕਿੱਥੇ ਹੁੰਦੇ ਨੇਗੇ ਮਾਊਂਟੇਨਸ 'ਤੇ ਹੁੰਦੇ ਨੇ ਇਹ ਵਾਲੇ ਟਰੀ ਸਾਰੇ। ਵੈਰੀ ਡਿਫਰੈਂਟ ਫਰੋਮ ਦ ਵਨਸ ਨੀਅਰ ਦੇਅਰ ਹੋਮ ਔਨ ਦ ਪਲੇਨਸ। ਕਹਿੰਦੇ ਜਿਹੜੇ ਹੁਣ ਉਹ ਜਿਹੜੇ ਮਾਊਂਟੇਨਸ ਦੇ ਜਿਹੜੇ ਟਰੀ ਸੀਗੇ ਉਹ ਕਿਸੇ ਬਹੁਤ ਜ਼ਿਆਦਾ ਡਿਫਰੈਂਟ ਸੀ ਜਿੱਥੇ ਉਹ ਜਿਹੜੇ ਬੂਝੋ ਅਤੇ ਪਹੇਲੀ ਸੀ ਉਹ ਪਲੇਨ ਏਰੀਆ ਦੇ ਸੀ ਮੈਦਾਨੀ ਇਲਾਕੇ ਦੇ ਸੀਗੇ। ਅਤੇ ਜਦੋਂ ਪਹਾੜਾਂ ਦੇ ਵਿੱਚ ਜਿਹੜੇ ਪਹਾੜੀ ਇਲਾਕੇ ਦੇ ਵਿੱਚ ਟ੍ਰਿਪ 'ਤੇ ਗਏ ਤਾਂ ਉੱਥੇ ਜਿਹੜੇ ਟਰੀਜ਼ ਸੀਗੇ ਉਹ ਕਿਸੇ ਬਹੁਤ ਡਿਫਰੈਂਟ ਸੀਗੇ ਉਹਨਾਂ ਦੇ ਜਿਹੜੇ ਪਲੇਨ ਇਲਾਕੇ ਵਿੱਚ ਜਿਹੜੇ ਟਰੀਜ਼ ਨੇ ਉਹਨਾਂ ਤੋਂ। In yet another trip, they traveled to Rajasthan and moved on camels through the hot desert। ਕਹਿੰਦੇ ਉਸ ਤੋਂ ਦੂਸਰੇ ਟ੍ਰਿਪ 'ਤੇ ਉਹ ਰਾਜਸਥਾਨ 'ਚ ਗਏ ਮਾਰੂਥਲ ਦੇ ਵਿੱਚ ਡੈਜ਼ਰਟ ਦੇ ਵਿੱਚ ਉੱਥੇ ਉਹਨਾਂ ਨੇ ਕੈਮਲਸ 'ਤੇ ਉਹ ਇੱਕ ਥਾਂ ਦੂਜੀ ਥਾਂ 'ਤੇ ਗਏ ਕੈਮਲਸ ਰਾਹੀਂ ਉਹਨਾਂ ਨੇ ਮੂਵ ਕੀਤਾ ਡੈਜ਼ਰਟ ਦੇ ਵਿੱਚ। ਦੇ ਕਲੈਕਟਡ ਡਿਫਰੈਂਟ ਕਾਈਂਡ ਆਫ ਕੈਕਟਸ ਪਲਾਂਟਸ ਫਰੋਮ ਦਿਸ ਟ੍ਰਿਪ। ਉਹਨਾਂ ਨੇ ਰਾਜਸਥਾਨ ਦੇ ਵਿੱਚ ਉੱਥੇ ਮਾਰੂਥਲ ਦੇ ਵਿੱਚ ਕੀ ਦੇਖਿਆ ਕੈਕਟਸ ਦੇ ਪਲਾਂਟ ਦੇਖੇ। Finally, they went on a trip to Puri and visited the sea beach dotted with ਕੋਸੇਰੀਨਾ trees। ਉਸ ਤੋਂ ਬਾਅਦ ਕਿੱਥੇ ਗਏ ਉਹ ਪੁਰੀ ਦੇ ਵਿੱਚ ਗਏ ਉਹ ਕਿਹੜਾ ਸੀ ਸੀ ਵਾਲਾ ਇਲਾਕਾ ਸੀਗਾ ਸਮੁੰਦਰੀ ਇਲਾਕਾ ਸੀਗਾ ਉਹ ਉੱਥੇ ਜਿਹੜੇ ਟਰੀਜ਼ ਸੀਗੇ ਉਹ ਡਿਫਰੈਂਟ ਸੀਗੇ। ਕੀ ਦੇਖਿਆ ਇਹਨਾਂ ਨੇ ਵੀ ਜਿਹੜੇ ਤਾਂ ਮਾਊਂਟੇਨ ਸੀਗੇ ਉੱਥੇ ਟਰੀਜ਼ ਡਿਫਰੈਂਟ ਸੀਗੇ ਉਹਨਾਂ ਦਾ ਜਿਹੜਾ ਪਲੇਨ ਇਲਾਕਾ ਸੀ ਉੱਥੇ ਡਿਫਰੈਂਟ ਟਰੀਜ਼ ਸੀਗੇ ਸੀ ਅਤੇ ਜਿਹੜੇ ਡੈਜ਼ਰਟ ਵਾਲਾ ਇਲਾਕਾ ਸੀ ਉੱਥੇ ਜਿਹੜੇ ਟਰੀਜ਼ ਸੀਗੇ ਉਹ ਡਿਫਰੈਂਟ ਸੀਗੇ। While recollecting all the fun that they had on these trips, thought struck them. All these places were so different from one another. Some were cold, some were very hot and dry, and some places so humid। ਉਹਨਾਂ ਨੇ ਕੀ ਦੇਖਿਆ ਇਹਨਾਂ ਟ੍ਰਿਪਸ ਤੋਂ ਵੀ ਜਿਹੜੀ ਇਹਨਾਂ 'ਚ ਬਹੁਤ ਜ਼ਿਆਦਾ ਫਰਕ ਸੀ ਸਾਰੇ ਪਲੇਸਿਸ ਵਿੱਚ ਕਈ ਸੀ ਜਿਹੜੀਆਂ ਬਹੁਤ ਜ਼ਿਆਦਾ ਗਰਮ ਸੀਗੀਆਂ ਕਈ ਸੀ ਬਹੁਤ ਜ਼ਿਆਦਾ ਠੰਡੀਆਂ ਸੀਗੀਆਂ ਅਤੇ ਕਈ ਸੀ ਜਿਹੜੀਆਂ ਹਿਊਮਿਡ ਸੀ ਵੀ ਨਾ ਜ਼ਿਆਦਾ ਗਰਮ ਸੀਗੀਆਂ ਨਾ ਠੰਡੀਆਂ ਸੀਗੀਆਂ। ਐਂਡ ਜੈਟ ਆਲ ਆਫ ਦੈਮ ਹੈਡ ਮੈਨੀ ਔਰਗੈਨਿਜ਼ਮਸ ਆਫ ਵੇਰੀਅਸ ਕਾਈਂਡਸ। ਇਹਨਾਂ ਸਾਰਿਆਂ ਵਿੱਚ ਕੀ ਜਿਹੜੇ ਔਰਗੈਨਿਜ਼ਮਸ ਸੀ ਜਿਹੜੇ ਔਰਗੈਨਿਜ਼ਮਸ ਕੀ ਹੁੰਦੇ ਨੇ ਜੀਵ ਜਿਹੜੇ ਜੀਵ ਸੀਗੇ ਉਹ ਵੀ ਕਿਸੇ ਬਹੁਤ ਸਾਰੇ ਸੀਗੇ ਮਤਲਬ ਵੱਖ-ਵੱਖ ਸੀ ਸਾਰਿਆਂ ਦੇ ਵਿੱਚ। They try to think of a place on earth where there may not be any living creature। ਉਹ ਸੋਚਣ ਲੱਗੇ ਵੀ ਉਹ ਧਰਤੀ ਦੀ ਉਹ ਕਿਹੜੀ ਥਾਂ ਗੀ ਵੀ ਜਿੱਥੇ ਨਾ ਕੋਈ ਵੀ ਲਿਵਿੰਗ ਕ੍ਰੀਏਚਰ ਨਾ ਹੋਵੇ। ਉਹ ਸੋਚ ਰਹੇ ਸੀ ਕੋਈ ਵੀ ਇੱਦਾਂ ਦੀ ਜਗ੍ਹਾ ਹੋਵੇ ਜਿੱਥੇ ਲਿਵਿੰਗ ਕ੍ਰੀਏਚਰ ਕੋਈ ਵੀ ਜਿਹੜੀ ਜੀਵ ਆ ਉਹ ਨਾ ਹੋਵੇ। ਬੂਝੋ ਥੋਟ ਆਫ ਪਲੇਸਿਸ ਨੀਅਰ ਹਿਜ਼ ਹੋਮ। ਉਹ ਆਪਣੇ ਆਲੇ ਦੁਆਲੇ ਜਿਹੜੇ ਘਰ ਦੇ ਆਲੇ ਦੁਆਲੇ ਚੀਜ਼ ਪਲੇਸਿਸ ਸੀਗਾ ਉਹਨਾਂ ਬਾਰੇ ਸੋਚਣ ਲੱਗਾ ਵੀ ਕੋਈ ਜਗ੍ਹਾ ਹੈਗੀ ਜਿੱਥੇ ਕੋਈ ਵੀ ਜਿਹੜਾ ਲਿਵਿੰਗ ਕ੍ਰੀਏਚਰ ਹੈਗਾ ਲਿਵਿੰਗ ਜੀਵ ਹੈਗਾ ਉਹ ਨਾ ਹੋਵੇ। Inside the house, he tried the cupboards. He had thought that there may not be any living organism here, but he found one tiny spider in the cupboard। ਉਹਨੇ ਆਪਣੇ ਘਰ ਦੇ ਅੰਦਰ ਦੇਖਿਆ ਉਹਨੇ ਕੱਪਬੋਰਡ 'ਚ ਦੇਖਿਆ ਉਹਨੇ ਕੀ ਸੋਚਿਆ ਵੀ ਜਿਹੜਾ ਕੱਪਬੋਰਡ ਆ ਨਾ ਇਹਦੇ 'ਚ ਤਾਂ ਸ਼ਾਇਦ ਕੋਈ ਵੀ ਜਿਹੜਾ ਔਰਗੈਨਿਜ਼ਮ ਨਹੀਂ ਹੋਊਗਾ ਪਰ ਉਹਨੇ ਕੀ ਦੇਖਿਆ ਉੱਥੇ ਵੀ ਕੀ ਸੀ ਛੋਟੀ ਜਿਹੀ ਸਪਾਈਡਰ ਮੱਕੜੀ ਸੀਗੀ ਵੀ ਜਿਹੜੀ ਉਹਦੇ ਅੰਦਰ ਸੀ ਕੱਪਬੋਰਡ ਦੇ। ਇਹਦਾ ਮਤਲਬ ਕੋਈ ਵੀ ਇੱਦਾਂ ਦੀ ਜਗ੍ਹਾ ਨਹੀਂ ਹੈਗੀ ਜਿੱਥੇ ਕੋਈ ਲਿਵਿੰਗ ਔਰਗੈਨਿਜ਼ਮ ਨਾ ਹੋਵੇ ਕਿਉਂਕਿ ਛੋਟੇ ਤੋਂ ਛੋਟਾ ਔਰਗੈਨਿਜ਼ਮ ਤਾਂ ਹੁੰਦਾ ਹੀ ਆ ਹਰ ਜਗ੍ਹਾ 'ਤੇ। ਆਊਟਸਾਈਡ ਦ ਹੋਮ ਟੂ there did not seem to be any place he could think of that did not have living creatures।
ਕਹਿੰਦੇ ਉਹਨੇ ਆਪਣੇ ਘਰ ਤੋਂ ਬਾਹਰ ਵੀ ਇੰਨੀ ਬਹੁਤ ਸਾਰੀ ਜਗ੍ਹਾ ਦੇਖਣ ਨੂੰ, ਕੋਈ ਵੀ ਇੱਦਾਂ ਦੀ ਜਗ੍ਹਾ ਨਾ ਮਿਲੀ ਜਿੱਥੇ ਕੋਈ ਲਿਵਿੰਗ ਕ੍ਰੀਏਚਰ ਜਿਹੜਾ ਨਾ ਹੋਵੇ, ਕੋਈ ਵੀ ਜੀਵ ਨਾ ਹੋਵੇ। ਕਿਉਂਕਿ ਕਿਤੇ ਕੋਈ ਕੀੜੀ ਜਾਂ ਮੱਛਰ ਕੁਝ ਵੀ ਇੱਦਾਂ ਦਾ ਹੁੰਦਾ ਹੀ ਆ ਵੀ ਲਿਵਿੰਗ ਕ੍ਰੀਏਚਰ, ਕੋਈ ਟਰੀ ਲੱਗਿਆ, ਕਿਤੇ ਕੋਈ ਛੋਟਾ ਪਲਾਂਟ ਲੱਗਿਆ ਗਾ, ਕੋਈ ਨਾ ਕੋਈ ਜਿਹੜਾ ਲਿਵਿੰਗ ਕ੍ਰੀਏਚਰ ਆ ਹੁੰਦਾ ਹੀ ਹੁੰਦਾ ਕਿਸੇ ਪਲੇਸ 'ਤੇ। ਉਸ ਤੋਂ ਬਾਅਦ ਆਪਾਂ ਗੱਲ ਕਰ ਦੇਂਗੇ ਔਰਗੈਨਿਜ਼ਮਸ, ਕਿਹੜੇ ਕਿਹੜੇ ਔਰਗੈਨਿਜ਼ਮਸ ਹੁੰਦੇ ਨੇਗੇ, ਜੀਵ ਕਿਹੜੇ ਕਿਹੜੇ ਨੇਗੇ। ਦ ਸਰਾਊਂਡਿੰਗਸ ਵੇਅਰ ਦੇ ਲਿਵ, ਤੇ ਉਹਨਾਂ ਦਾ ਆਲਾ ਦੁਆਲਾ ਕਿਹੋ ਜਿਹਾ ਹੁੰਦਾ ਗਾ ਜਿੱਥੇ ਉਹ ਰਹਿੰਦੇ ਨੇਗੇ। Another thought that occurred to Paheli and Bujo was about the kinds of living organisms that were present in different locations that they had visited। ਉਸ ਤੋਂ ਬਾਅਦ ਦੂਸਰਾ ਉਹਨਾਂ ਜਿਹੜੇ ਥਾਟ ਦੈਟ ਜਿਹੜੇ ਪਹੇਲੀ ਤੇ ਬੂਝੋ ਸੀਗੇ, ਉਹ ਲਿਵਿੰਗ ਔਰਗੈਨਿਜ਼ਮਸ ਜਿਹੜੇ ਦੂਸਰੇ ਜਿਹੜੇ ਉਹ ਪਹੇਲੀ ਤੇ ਬੂਝੋ ਸੀਗੇ, ਉਹ ਦੂਸਰੇ ਜਿਹੜੇ ਲਿਵਿੰਗ ਔਰਗੈਨਿਜ਼ਮ ਉਹਨਾਂ ਦੇ ਸੋਚ ਰਹੇ ਸੀ ਵੀ ਕਿਹੜੀਆਂ ਪਲੇਸਿਸ ਤੋਂ ਹਜੇ ਤੱਕ ਨਹੀਂ ਗਏ, ਉੱਥੇ ਕੀ ਹੋ ਜਿਹੜੇ ਔਰਗੈਨਿਜ਼ਮ ਆ ਉਹ ਹੋਣਗੇ। The desert had camels, the mountain had goats and jack, Puri had some other creatures, crabs on the beach, and such a variety of fish being caught by the fishermen at the sea. And then there did seem to be some creatures like ants and that were present in all these different locations। ਕਹਿੰਦੇ ਹੁਣ ਉਹਨਾਂ ਨੇ ਡੈਜ਼ਰਟ ਦੇ ਵਿੱਚ ਕੀ ਦੇਖਿਆ ਵੀ ਕੈਮਲ ਸੀਗੀ, ਮਾਊਂਟੇਨਸ ਦੇ ਵਿੱਚ ਗੋਟ ਸੀ, ਜਾਕ ਸੀਗੀ, ਤੇ ਜਿਹੜਾ ਪੁਰੀ 'ਚ ਗਏ ਸੀ ਉਹ ਸਮੁੰਦਰੀ ਇਲਾਕੇ 'ਚ, ਉੱਥੇ ਕਰੈਬ ਸੀਗੇ ਮਤਲਬ ਜਿਹੜੇ ਕੀੜੇ ਮਕੌੜੇ ਜਾਂ ਜਿਹੜੇ ਉਹ ਸੀ ਫਿਸ਼ ਸੀਗੀ। ਅਤੇ ਹੋਰ ਉਹਨਾਂ ਨੇ ਕੀ ਦੇਖਿਆ ਵੀ ਜਿਹੜੇ ਆਂਟ ਹੋ ਗਈ, ਇਹ ਕਿਸੇ ਸਾਰੀ ਜਗ੍ਹਾ 'ਤੇ ਹੈਗੀ ਸੀਗੀ ਬਟ ਮਤਲਬ ਡਿਫਰੈਂਟ ਸੀਗੀ। ਦ ਕਾਈਂਡ ਆਫ ਪਲਾਂਟਸ ਫਾਊਂਡ ਇਨ ਈਚ ਆਫ ਦਾ ਅਦਰ ਰੀਜਨਸ, ਜਿਹੜੇ ਹੁਣ ਇਹਨਾਂ ਰੀਜਨਸ ਦੇ ਵਿੱਚ ਕੀ ਸੀ ਪਲਾਂਟ ਸੀ ਉਹ ਕੀ ਡਿਫਰੈਂਟ ਸੀ ਇੱਕ ਦੂਸਰੇ ਰੀਜਨਸ ਦੇ ਨਾਲੋਂ, ਡਿਫਰੈਂਟ ਸੀ ਪਲਾਂਟ ਵੀ। ਬਟ ਅਬਾਊਟ ਦਾ ਸਰਾਊਂਡਿੰਗ ਇਨ ਦੀਜ਼ ਡਿਫਰੈਂਟ ਰੀਜਨਸ, ਕਹਿੰਦੇ ਹੁਣ ਜਿਹੜੇ ਆਪਾਂ ਡਿਫਰੈਂਟ ਰੀਜਨਸ ਕਿਤੇ ਮਾਰੂਥਲ ਦੇਖਿਆ ਜਾਂ ਮਾਊਂਟੇਨਸ ਜਾਂ ਸੀ ਸੀਗਾ ਹੈ ਨਾ, ਇਹਨਾਂ ਸਾਰਿਆਂ ਦੇ ਵਿੱਚ ਕੀ ਹੈ ਕਹਿੰਦੇ ਉਹਨਾਂ ਦਾ ਸਰਾਊਂਡਿੰਗ ਕਿੱਦਾਂ ਦੀ ਹੋਊਗੀ। ਵਾਰ ਦੇ ਦ ਸੇਮ, ਕਿ ਉਹਨਾਂ ਦੀ ਜਿਹੜੀ ਸਰਾਊਂਡਿੰਗ ਉਹ ਸੇਮ ਹੋਊਗੀ, ਉਹਨਾਂ ਦਾ ਆਲਾ ਦੁਆਲਾ ਸੇਮ ਹੋਊਗਾ। ਉਹਦੇ ਲਈ ਐਕਟੀਵਿਟੀ ਫਸਟ ਕਰਦੇ ਆਪਾਂ। ਲੈਟ ਅਸ ਸਟਾਰਟ ਵਿਦ ਦਾ ਫੋਰੈਸਟ, ਕਿ ਸਭ ਤੋਂ ਪਹਿਲਾਂ ਫੋਰੈਸਟ ਤੋਂ ਸਟਾਰਟ ਕਰ ਦਿਆਂਗੇ। think of all the plants, animals, objects that can be found there। ਉਹਨਾਂ ਕਹਿੰਦੇ ਪਲਾਂਟਸ ਦੀ, ਐਨੀਮਲਸ ਦੀ, ਓਬਜੈਕਟਸ ਬਾਰੇ ਸੋਚੋ ਜਿਹੜੀਆਂ ਚੀਜ਼ਾਂ ਸਾਨੂੰ ਫੋਰੈਸਟ ਵਿੱਚ ਮਿਲਦੀਆਂ ਨੇਗੀਆਂ। ਲਿਸਟ ਦੈਮ ਇਨ ਕਾਲਮ ਫਸਟ ਆਫ ਟੇਬਲ 9.1। ਕਹਿੰਦੇ ਉਹ ਕਾਲਮ ਆਪਾਂ ਨੂੰ 1 ਦਿੱਤਾ ਗਾ ਜਿਹਦੇ ਵਿੱਚ ਕੀ ਹੈ 9.1 ਟੇਬਲ ਹੈਗਾ, ਉਹਦੇ ਵਿੱਚ ਟੇਬਲ ਦੇ ਵਿੱਚ ਕਹਿੰਦੇ ਕਾਲਮ ਆ ਜਿਹੜੇ ਦਿੱਤੇ ਹੋਏ ਨੇਗੇ, ਉਹਦੇ ਵਿੱਚ ਕੀ ਕਰੋ ਲਿਸਟ ਬਣਾਓ ਵੀ ਜਿਹੜੇ ਕਿਹੜੇ ਐਨੀਮਲਸ ਨੇ ਫੋਰੈਸਟ ਵਿੱਚ ਨੇਗੇ, ਜਾਂ ਪਲਾਂਟਸ ਨੇ, ਜਾਂ ਕਿਹੜੇ ਓਬਜੈਕਟਸ ਫੋਰੈਸਟ ਵਿੱਚ ਨੇਗੇ, ਜਾਂ ਕਿਹੜੇ ਮਾਊਂਟੇਨ ਵਿੱਚ ਕੀ ਹੈਗਾ, ਡੈਜ਼ਰਟ 'ਚ ਕੀ ਹੈਗਾ, ਸੀ ਦੇ ਵਿੱਚ ਕੀ ਹੈ, ਅਤੇ ਹੋਰ ਜਗ੍ਹਾ 'ਤੇ ਕੀ ਹੈਗਾ। Discuss also with your friend, parents and teachers to find more examples to fill the table। ਕਹਿੰਦੇ ਟੇਬਲ ਨੂੰ ਫਿਲ ਕਰਨ ਦੇ ਲਈ ਤੁਸੀਂ ਹੋਰ ਆਪਣੇ ਫਰੈਂਡਸ, ਟੀਚਰਸ ਜਾਂ ਪੇਰੈਂਟਸ ਨਾਲ ਡਿਸਕਸ ਕਰੋ। You can also consult many interesting books in libraries that talk of animals, plants and minerals of different regions। ਕਹਿੰਦੇ ਤੁਸੀਂ ਲਾਇਬ੍ਰੇਰੀ 'ਚ ਬੁੱਕਸ ਲੈ ਸਕਦੇ ਹੋ ਜਿਹਨਾਂ 'ਚ ਬਹੁਤ ਸਾਰੀ ਜਿਹੜੀਆਂ ਬੁੱਕਸ ਨੇਗੀਆਂ ਜਿਨ੍ਹਾਂ ਵਿੱਚ ਐਨੀਮਲਸ ਦੀ, ਟਰੀਜ਼ ਜਾਂ ਪਲਾਂਟਸ ਦੀ ਜਾਂ ਹੋਰ ਜਿਹੜੇ ਮਿਨਰਲਸ ਦੀ ਗੱਲ ਕੀਤੀ ਗਈ ਹੈਗੀ। Try and include many plants, animals and objects big and small in each of the column in this table। ਕਹਿੰਦੇ ਕੋਸ਼ਿਸ਼ ਕਰੋ ਵੀ ਜਿਹੜੇ ਵੱਧ ਤੋਂ ਤੁਸੀਂ ਜਿਹੜੇ ਪਲਾਂਟਸ, ਐਨੀਮਲਸ, ਓਬਜੈਕਟ ਹੈਗੇ ਉਹ ਵੱਡੇ ਛੋਟੇ ਜਿੰਨੇ ਵੀ ਚੀਜ਼ਾਂ ਨੇਗੀਆਂ ਸਾਰਿਆਂ ਨੂੰ ਐਡ ਕਰੋ ਟੇਬਲ ਦੇ ਵਿੱਚ। What kind of objects will we find that may not be animals or plants। ਕਹਿੰਦੇ ਉਹ ਓਬਜੈਕਟ ਦੇ ਵਿੱਚ ਕੀ ਆਊਗਾ ਜਿਹਦੇ ਵਿੱਚ ਪਲਾਂਟ ਅਤੇ ਐਨੀਮਲਸ ਤੋਂ ਬਿਨਾਂ ਹੋਰ ਕਿਹੜੀਆਂ ਓਬਜੈਕਟਸ ਹੋਣਗੀਆਂ ਜਿਹੜੀਆਂ ਕਿ ਕਿਸੇ ਸਰਾਊਂਡਿੰਗ ਵਿੱਚ ਹੁੰਦੀਆਂ ਨੇਗੀਆਂ। Perhaps part of the plant like dried leaves ਹੋ ਗਏ, of parts of animals like bones। ਹੁਣ ਇਹਦੇ 'ਚ ਕੀ ਆ ਸਕਦਾ ਗਾ ਵੀ ਜਿਹੜਾ ਕੋਈ ਵੀ ਐਨੀਮਲ ਅਤੇ ਪਲਾਂਟ ਤੋਂ ਬਿਨਾਂ ਕੀ ਆ ਸਕਦਾ ਗਾ, ਲੀਵਸ ਹੋ ਗਏ, ਲੀਵਸ ਜਿਹੜੇ ਹੋ ਗਏ ਜਿਵੇਂ ਟਰੀਜ਼ ਦੇ ਲੀਵਸ ਹੋ ਗਏ ਸਾਰੇ ਉਹ ਵੀ ਕੀ ਸਰਾਊਂਡਿੰਗ 'ਚ ਆਉਣਗੇ, ਅਤੇ ਦੂਸਰਾ ਜਿਹੜੇ ਸੁੱਕੇ ਨੀਚੇ ਡਿੱਗੇ ਹੋਏ ਹੈ ਨਾ, ਅਤੇ ਜਿਹੜੇ ਬੋਨਸ ਹੋ ਗਈਆਂ ਉਹ ਵੀ ਕੀ ਹੋਣਗੇ ਉਹਦੇ 'ਚ ਸਰਾਊਂਡਿੰਗ 'ਚ ਆਉਣਗੀ। ਵੀ ਮੇ ਆਲਸੋ ਫਾਈਂਡ ਡਿਫਰੈਂਟ ਕਾਈਂਡ ਆਫ ਸੋਇਲ ਐਂਡ ਪੈਬਲਸ। ਹੁਣ ਪੱਥਰ ਹੋਣਗੇ ਵੀ ਕਿਹੜੇ ਇਲਾਕੇ 'ਚ ਮਾਰਥਲ 'ਚ ਕਿੱਦਾਂ ਦੇ ਪੱਥਰ ਨੇਗੇ, ਅਤੇ ਜਾਂ ਉੱਥੇ ਮਿੱਟੀ ਕਿੱਦਾਂ ਦੀ, ਇਹ ਸਾਰੇ ਕੀ ਹੋਣਗੇ ਪਲਾਂਟਸ ਐਂਡ ਐਨੀਮਲਸ ਤੋਂ ਬਿਨਾਂ ਅਦਰ ਓਬਜੈਕਟਸ ਦੇ ਵਿੱਚ ਆਉਣਗੇ। ਵਾਟਰ ਇਨ ਦਾ ਓਸ਼ੀਨਸ ਮੇ ਹੈਵ ਸਾਲਟ ਡਿਜ਼ੋਲਵਡ ਇਨ ਇਟ, ਡਿਸਕਸ ਇਨ ਚੈਪਟਰ 5। ਕਹਿੰਦੇ ਅਸੀਂ 5th ਚੈਪਟਰ 'ਚ ਪੜ੍ਹਿਆ ਸੀ ਵੀ ਜਿਹੜਾ ਵਾਟਰ ਹੁੰਦਾ ਗਾ ਓਸ਼ੀਨਸ ਦੇ ਵਿੱਚ ਉਹਦੇ ਵਿੱਚ ਕੀ ਹੁੰਦਾ ਜ਼ਿਆਦਾ ਜਿਹੜਾ ਨਮਕ ਹੈਗਾ ਉਹ ਘੁਲਿਆ ਹੁੰਦਾ ਗਾ।
देयर कुड बी मैनी मोर ऑब्जेक्ट्स, उत्थे की होणगीਆਂ ਹੋਰ ਵੀ ਬਹੁਤ ਸਾਰੀਆਂ ਨੇ ऑब्जेक्ट्स ਸਾਨੂੰ ਮਿਲਣਗੀਆਂ। ਐਜ਼ ਵੀ ਗੋ ਥਰੂ ਦ ਚੈਪਟਰ ਕੀਪ ਐਡਿੰਗ ਮੋਰ ਐਗਜ਼ਾਮਪਲਸ ਟੂ ਟੇਬਲ 9.1। ਤੇ ਜਿਵੇਂ ਜਿਵੇਂ ਅਸੀਂ 9th ਚੈਪਟਰ ਸਾਰਾ ਪੜਾਂਗੇ ਉਸ ਤਰ੍ਹਾਂ ਤੁਸੀਂ ਇਹਦੇ ਵਿੱਚ ਜਿਹੜੇ ਥਿੰਗਸ ਸੀਗੇ ਉਹਨਾਂ ਨੂੰ ਐਡ ਕਰਦੇ ਰਹਿਣਗੇ ਵੀ ਕਿਹੜੀ ਪਲੇਸ 'ਤੇ ਕਿਹੜੀ ਜਿਹੜੀ ਚੀਜ਼ ਹੁੰਦੀ ਹੈ ਜਾਂ ਕਿਹੜਾ ਐਨੀਮਲ ਜਾਂ ਕਿਹੜਾ ਪਲਾਂਟ ਹੁੰਦਾ ਗਾ। ਵਿਲ ਡਿਸਕਸ ਦ ਟੇਬਲ ਐਜ਼ ਵੀ ਟਰੈਵਲ ਥਰੂ ਮੈਨੀ ਮੋਰ ਇੰਟਰਸਟਿੰਗ ਪਲੇਸਿਸ। ਕਹਿੰਦੇ ਅਸੀਂ ਟੇਬਲ ਨੂੰ ਡਿਸਕਸ ਕਰਾਂਗੇ ਜਿਵੇਂ ਜਿਵੇਂ ਅਸੀਂ ਇੰਟਰਸਟਿੰਗ ਜਿਹੜੀਆਂ ਚੀਜ਼ਾਂ ਉਦੋਂ ਥਾਵਾਂ ਤੋਂ ਜਾਵਾਂਗੇ। ਦੂਸਰਾ ਹੈਗਾ ਹੈਬੀਟੇਟ ਐਂਡ ਅਡੈਪਟੇਸ਼ਨ। ਹੈਬੀਟੇਟ ਕੀ ਹੁੰਦਾ ਗਾ? ਹੈਬੀਟੇਟ ਹੁੰਦਾ ਗਾ ਆਵਾਸ, ਜਿੱਥੇ ਕੋਈ ਐਨੀਮਲ ਜਾਂ ਪਲਾਂਟਸ ਰਹਿੰਦੇ ਨੇਗੇ ਉਹਦੇ ਆਲੇ ਦੁਆਲੇ ਨੂੰ ਕਿਹਾ ਜਾਂਦਾ ਗਾ ਹੈਬੀਟੈਟ। ਅਡੈਪਟੇਸ਼ਨ ਕੀ ਹੁੰਦੀ ਹੈਗੀ? ਅਨੁਕੂਲਨ। ਅਨੁਕੂਲਨ ਮਤਲਬ ਜਿਹੜੇ ਪਲਾਂਟਸ ਜਾਂ ਐਨੀਮਲਸ ਕਿੱਥੇ ਰਹਿ ਰਹੇ ਨੇਗੇ ਉਹ ਉਹਨਾਂ ਕਿੱਦਾਂ ਦੇ ਅਨੁਕੂਲ ਹੈਗੇ, ਉਹ ਕਿ ਉਸ ਥਾਂ 'ਤੇ ਰਹਿ ਰਹੇ ਨੇਗੇ ਉਹਨੂੰ ਕੀ ਕਹਿੰਦੇ ਆਪਾਂ ਅਡੈਪਟੇਸ਼ਨ। ਵੀ ਉਹਨਾਂ ਨੇ ਆਪਣੇ ਆਪ ਨੂੰ ਕਿੱਦਾਂ ਅਡੈਪਟ ਕੀਤਾ ਗਾ, ਉਸ ਚੀਜ਼ ਦੇ ਅਕੋਰਡਿੰਗ ਕਿੱਦਾਂ ਆਪਣੇ ਆਪ ਨੂੰ ਢਾਲ ਲਿਆ ਗਾ, ਉਹ ਹੁੰਦੀ ਹੈਗੀ ਅਡੈਪਟੇਸ਼ਨ। But to find more from the plants and animals listed in activity first, ਕਿ ਤੁਸੀਂ ਜਿਹੜੀ ਐਕਟੀਵਿਟੀ ਫਸਟ ਸੀਗੀ ਉਹਦੇ ਵਿੱਚ ਜਿਹੜੇ ਪਲਾਂਟਸ ਤੇ ਐਨੀਮਲਸ ਸੀਗੇ ਉਹਦੇ ਤੁਸੀਂ ਕੀ ਦੇਖਿਆ, ਮਤਲਬ ਕਿ ਜਿਹੜੀ ਐਕਟੀਵਿਟੀ ਫਸਟ ਤੁਸੀਂ ਕਿਹੜੇ ਐਨੀਮਲਸ ਜਿਹੜੇ ਐਕਟੀਵਿਟੀ ਫਸਟ 'ਚ ਲਿਖੇ। ਡਿਡ ਯੂ ਫਾਈਂਡ ਅ ਲਾਰਜ ਵੈਰਾਈਟੀ ਇਨ ਦੈਮ, ਕਿ ਤੁਹਾਨੂੰ ਬਹੁਤ ਸਾਰੇ ਜਿਹੜੇ ਐਨੀਮਲਸ ਤੇ ਪਲਾਂਟਸ ਕਾਫੀ ਮਾਤਰਾ 'ਚ ਲਿਖੇ ਹੋਣੇ। Look at what you have entered in the column for the desert and the column for the sea in table 9.1। ਕਿਤੇ ਤੁਸੀਂ ਕੀ ਕਰੋ, ਜਿਹੜਾ ਕਾਲਮ ਤੁਸੀਂ ਡੈਜ਼ਰਟ ਵਾਸਤੇ ਬਣਾਇਆ ਸੀ ਤੇ ਸੀ ਵਾਸਤੇ ਬਣਾਇਆ ਸੀ ਉਹਨਾਂ 'ਚ ਦੇਖੋ ਤੁਸੀਂ ਕਿਹੜੇ ਐਨੀਮਲਸ ਲਿਖੇ ਨੇ, ਕਿਹੜੇ ਟਰੀਜ਼ ਲਿਖੇ ਨੇ ਜਾਂ ਕਿਹੜੇ ਅਦਰ ਆਬਜੈਕਟਸ ਲਿਖੇ ਨੇ। ਡਿਡ ਯੂ ਲਿਸਟ ਵੈਰੀ ਡਿਫਰੈਂਟ ਕਾਈਂਡ ਆਫ ਆਰਗੈਨਿਜ਼ਮਸ ਇਨ ਦੀਸ ਟੂ ਕਾਲਮਸ, ਕਿ ਤੁਹਾਨੂੰ ਦੋਨਾਂ ਕਾਲਮ ਦੇ ਵਿੱਚ ਕੀ ਹੋਊਗਾ ਡੈਜ਼ਰਟ ਤੇ ਸੀ ਦੇ ਵਿੱਚ ਡਿਫਰੈਂਟ ਐਨੀਮਲਸ ਮਿਲਣਗੇ, ਬਿਲਕੁਲ ਡਿਫਰੈਂਟ। ਵਟ ਆਰ ਦਾ ਸਰਾਊਂਡਿੰਗ ਲਾਈਕ ਇਨ ਦੀਸ ਟੂ ਰੀਜਨਸ, ਇਹਨਾਂ ਦੋਨੇ ਰੀਜਨਸ ਵਿੱਚ ਕਹਿੰਦੇ ਸਰਾਊਂਡਿੰਗ ਕਿੱਦਾਂ ਦੀ ਹੁੰਦੀ ਹੈਗੀ। ਇਨ ਦ ਸੀ ਪਲਾਂਟਸ ਐਂਡ ਐਨੀਮਲਸ ਸਰਾਊਂਡਡ ਬਾਈ ਸੈਲਿਨ ਵਾਟਰ। ਹੁਣ ਜਿਹੜੇ ਸੀ ਦੇ ਵਿੱਚ ਐਨੀਮਲਸ ਹੋਣਗੇ ਜਾਂ ਪਲਾਂਟਸ ਹੋਣਗੇ ਉਹਨਾਂ ਦੀ ਸਰਾਊਂਡਿੰਗ ਕੀ ਆ? ਉਹਨਾਂ ਦੀ ਸਰਾਊਂਡਿੰਗ ਦੇ ਵਿੱਚ ਕੀ ਆ? ਸੈਲਿਨ ਵਾਟਰ, ਮਤਲਬ ਨਮਕ ਵਾਲਾ ਪਾਣੀ ਹੋਊਗਾ। ਮੋਸਟ ਆਫ ਦੈਮ ਯੂਜ਼ ਦ ਏਅਰ ਡਿਜ਼ੋਲਵ ਇਨ ਇਟ। ਹੁਣ ਜਿਹੜੇ ਐਨੀਮਲਸ ਹੁੰਦੇ ਨੇ ਜਾਂ ਪਲਾਂਟਸ ਹੁੰਦੇ ਨੇ ਉਹਨਾਂ ਨੂੰ ਬਰੀਥ ਕਰਨ ਦੇ ਲਈ ਕੀ ਚਾਹੀਦੀ? ਆਕਸੀਜਨ ਚਾਹੀਦੀ। ਉਹ ਕਿਹੜੀ ਆਕਸੀਜਨ ਯੂਜ਼ ਕਰਨਗੇ? ਜਿਹੜੀ ਉਹ ਡਿਜ਼ੋਲਵ ਹੋਊਗੀ ਵਾਟਰ ਦੇ ਵਿੱਚ। ਦੇਰ ਇਜ਼ ਵੈਰੀ ਲਿਟਲ ਵਾਟਰ ਅਵੇਲੇਬਲ ਇਨ ਦ ਡੈਜ਼ਰਟ। ਹੁਣ ਦੂਸਰੇ ਪਾਸੇ ਜਿਹੜਾ ਡੈਜ਼ਰਟ ਹੈਗਾ ਉਹਦੇ ਵਿੱਚ ਕੀ ਹੋਊਗਾ? ਪਾਣੀ ਬਹੁਤ ਘੱਟ ਹੋਊਗਾ। ਇਟ ਇਜ਼ ਵੈਰੀ ਹੌਟ ਇਨ ਦ ਡੇ ਟਾਈਮ ਐਂਡ ਵੈਰੀ ਕੋਲਡ ਐਟ ਦ ਨਾਈਟ ਇਨ ਦ ਡੈਜ਼ਰਟ। ਡੈਜ਼ਰਟ ਵਿੱਚ ਕੀ ਹੁੰਦਾ? ਰਾਤ ਨੂੰ ਕੀ ਹੁੰਦਾ? ਬਹੁਤ ਜ਼ਿਆਦਾ ਠੰਡਾ ਹੁੰਦਾ ਗਾ ਡੈਜ਼ਰਟ, ਅਤੇ ਦਿਨੇ ਕੀ ਹੁੰਦਾ? ਬਹੁਤ ਜ਼ਿਆਦਾ ਗਰਮ ਹੁੰਦਾ ਗਾ। The animals and plants of the desert live on the desert soil and breathe air from the surroundings। ਹੁਣ ਜਿਹੜੇ ਐਨੀਮਲਸ ਤੇ ਪਲਾਂਟਸ ਡੈਜ਼ਰਟ 'ਚ ਰਹਿੰਦੇ ਨੇਗੇ ਉਹ ਜਿਹੜੇ ਕੀ ਕਰਨਗੇ? ਕਿੱਥੇ ਰਹਿਣਗੇ? ਡੈਜ਼ਰਟ ਦੀ ਸੋਇਲ 'ਤੇ ਰਹਿਣਗੇ, ਉਹਦੀ ਮਿੱਟੀ 'ਤੇ ਰਹਿਣਗੇ, ਅਤੇ ਬਰੀਥ ਕਿੱਥੋਂ ਕਰਨਗੇ? ਏਅਰ 'ਚੋਂ ਕਰਨਗੇ, ਜਿਹੜੀ ਉਹਦੀ ਸਰਾਊਂਡਿੰਗ 'ਚ ਏਅਰ ਹੋਊਗੀ। ਹੁਣ ਜਿਹੜੀ ਤਾਂ ਸੈਲਿਨ ਵਾਟਰ 'ਚ ਪਲਾਂਟਸ ਰਹਿ ਰਹੇ ਸੀਗੇ ਉਹਨਾਂ ਨੇ ਕਿੱਥੋਂ ਬਰੀਥ ਕੀਤਾ? ਜਿਹੜੀ ਏਅਰ ਸੀਗੀ ਡਿਜ਼ੋਲਵ ਸੀਗੀ ਵਾਟਰ ਦੇ ਵਿੱਚ, ਅਤੇ ਇਹਨਾਂ ਨੇ ਕੀ ਕੀਤਾ? ਜਿਹੜੀ ਏਅਰ ਸੀਗੀ ਸਰਾਊਂਡਿੰਗ ਵਿੱਚ ਉੱਥੋਂ ਬਰੀਥ ਕੀਤਾ। The sea and the desert are very different surroundings and we find very different kind of plants and animals in these two regions is in it। ਕਹਿੰਦੇ ਜਿਹੜੇ ਸੀ ਅਤੇ ਡੈਜ਼ਰਟ ਨੇਗੀ ਇਹ ਬਹੁਤ ਇਹਨਾਂ ਦੀ ਜਿਹੜੀ ਸਰਾਊਂਡਿੰਗ ਹੈ, ਜਿਹੜਾ ਇਹਨਾਂ ਦਾ ਆਲਾ ਦੁਆਲਾ ਹੁੰਦਾ ਗਾ ਉਹ ਕਿਤੇ ਬਹੁਤ ਜ਼ਿਆਦਾ ਵੱਖ ਹੁੰਦਾ, ਇੱਕ ਦੂਸਰੇ ਤੋਂ ਡਿਫਰੈਂਟ ਹੁੰਦਾ ਗਾ। ਸੀਜ਼ ਦੇ ਵਿੱਚ ਕੀ ਹੁੰਦਾ? ਸਾਰੇ ਪਾਸੇ ਸਮੁੰਦਰ ਪਾਣੀ ਹੁੰਦਾ। ਜਿਹੜਾ ਡੈਜ਼ਰਟ ਆ ਉੱਥੇ ਕੀ ਹੁੰਦਾ? ਸਾਰੇ ਪਾਸੇ ਰੇਤ ਹੀ ਰੇਤ ਹੁੰਦੀ ਹੈਗੀ। ਅਤੇ ਵੀ ਅਸੀਂ ਕੀ ਦੇਖਿਆ ਵੀ ਜਿਹੜੇ ਇੱਥੇ ਦੇ ਪਲਾਂਟਸ ਅਤੇ ਐਨੀਮਲਸ ਨੇ ਉਹ ਵੀ ਕੀ ਨੇ? ਬਹੁਤ ਡਿਫਰੈਂਟ ਨੇਗੀ। Let us look at two very different kind of organisms from a desert and the sea, a camel and a fish। ਕਹਿੰਦੇ ਹੁਣ ਅਸੀਂ ਕੀ ਦੇਖਣਾ ਗਾ ਵੀ ਜਿਹੜੇ ਦੋ ਐਗਜ਼ਾਮਪਲ ਲੈਤੀਆਂ, ਇੱਕ ਲੈਤੀ ਕੈਮਲ ਕਿੱਥੋਂ ਦਾ? ਡੈਜ਼ਰਟ ਦੇ ਵਿੱਚ ਹੁੰਦਾ ਗਾ, ਅਤੇ ਫਿਸ਼ ਕਿੱਥੇ ਹੁੰਦੀ ਹੈਗੀ? ਫਿਸ਼ ਹੁੰਦੀ ਹੈਗੀ ਜਿਹੜੀ ਉਹਦੇ ਵਿੱਚ ਸੀ ਏਰੀਆ ਦੇ ਵਿੱਚ ਹੁੰਦੀ ਹੈਗੀ। ਇਹਨਾਂ ਨੂੰ ਆਪਾਂ ਅੱਗੇ ਦੇਖਦੇ ਹਾਂਗੇ ਵੀ ਹੈ ਨਾ ਇਹ ਕਿਵੇਂ ਕੈਮਲ ਆ ਜਿਹੜਾ ਉਹ ਕਿਸ ਤਰ੍ਹਾਂ ਸਰਵਾਈਵ ਕਰਦਾ ਹੈਗਾ ਡੈਜ਼ਰਟ ਦੇ ਵਿੱਚ, ਜਿਹੜੀ ਫਿਸ਼ ਹੈਗੀ ਉਹ ਕਿਸ ਤਰ੍ਹਾਂ ਸਰਵਾਈਵ ਕਰਦੀ ਹੈ ਡੈਜ਼ਰਟ ਦੇ ਵਿੱਚ। ਇਹ ਅਗਲਾ ਅਸੀਂ ਅੱਗੇ ਕੰਟੀਨਿਊ ਕਰਾਂਗੇ ਨੈਕਸਟ ਵੀਡੀਓ ਚੈਪਟਰ। ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਫਰੈਂਡਸ ਨਾਲ ਸ਼ੇਅਰ ਕਰਨਾ ਜੀ।